ਵੈਲਕਮ ਟੂ ਦਿਸ ਐਪੀਸੋਡ ਆਫ ਦਾ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਆਚਾਰਿਆ ਵਿਜੇ ਜੀ ਨਾਲ। ਆਚਾਰਿਆ ਵਿਜੇ ਜੀ ਦੁਨੀਆ ਭਰ ਵਿੱਚ ਜਾ ਕੇ ਯੋਗਾ ਦਾ ਪ੍ਰਚਾਰ ਕਰਦੇ ਨੇ ਤੇ ਨਾਲ ਚੰਗੀ ਸਿਹਤ ਕਿਵੇਂ ਰੱਖੀ ਜਾ ਸਕਦੀ ਹੈ ਯੋਗਾ ਦੇ ਮਾਧਿਅਮ ਰਾਹੀਂ ਅਤੇ ਉਸ ਦੇ ਨਾਲ ਮੈਡੀਟੇਸ਼ਨ ਰਾਹੀਂ ਕਿਵੇਂ ਅਸੀਂ ਸਵਸਥ ਰਹਿ ਸਕਦੇ ਹਾਂ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਇਸ ਬਾਰੇ ਗੱਲਬਾਤ ਕਰਦੇ ਨੇ। ਸਾਨੂੰ ਬੜਾ ਮਾਣ ਹੈ ਕਿ ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਆਏ ਹੋਏ ਨੇ ਤੇ ਆਓ ਅੱਜ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਕਿ ਅਸਲ ਵਿੱਚ ਯੋਗਾ ਹੈ ਕੀ ਹੈ, ਕਿਉਂਕਿ ਅੱਜ ਯੋਗਾ ਨੂੰ ਕਮਰਸ਼ਲਾਈਜ਼ ਕਰ ਦਿੱਤਾ ਗਿਆ ਹੈ ਪਰ ਅਸਲ ਵਿੱਚ ਯੋਗਾ ਦਾ ਕੀ ਕਨਸੈਪਟ ਸੀ ਇਸ ਬਾਰੇ ਆਓ ਜਾਣਕਾਰੀ ਲੈਣੇ ਆਚਾਰਿਆ ਵਿਜੇ ਜੀ ਤੋਂ। ਜੀ ਆਨੂ ਜੀ ਆਚਾਰਿਆ ਜੀ, ਵੈਲਕਮ। ਜੀ ਆਨੂ ਜੀ, ਨਮਸਕਾਰ ਨਮਸਕਾਰ, ਸਤਿ ਸ੍ਰੀ ਅਕਾਲ ਜੀ ਆਨੂ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ ਥੋੜ੍ਹਾ ਜਿਹਾ ਤੁਹਾਡਾ ਪਿਛੋਕੜ ਇੱਕ ਵਾਰੀ ਅਸੀਂ ਚਾਹਾਂਗੇ ਜ਼ਰੂਰ ਸਾਂਝ ਪਾ ਦਈਏ। ਬਹੁਤ ਸਾਰੇ ਲੋਕ ਤੁਹਾਨੂੰ ਜਾਣਦੇ ਨੇ, ਤੁਸੀਂ ਪਹਿਲਾਂ ਵੀ ਆ ਚੁੱਕੇ ਹੋ, ਪਰ ਬਰੀਫਲੀ ਤੁਹਾਡਾ ਇੰਟਰਸਟ ਕਿਵੇਂ ਇਸ ਪਾਸੇ ਗਿਆ ਤੇ ਤੁਸੀਂ ਹਾਈਲੀ ਐਜੂਕੇਟਡ ਹੋ ਤੇ ਐਜੂਕੇਟਡ ਹੋ ਕੇ ਤਾਂ ਲੋਕ ਅਸੀਂ ਭੱਜ ਰਹੇ ਹਾਂ ਦੂਸਰੇ ਪਾਸੇ ਨੂੰ, ਤੁਸੀਂ ਇਸ ਪਾਸੇ ਨੂੰ ਕਿਵੇਂ ਆਏ? ਮੈਂ ਤਾਂ 6 ਸਾਲ ਦੀ ਉਮਰ ਕੋਲ ਯੋਗਾ ਕਰ ਰਿਹਾ ਜੀ। ਔਰ ਉਹਦੇ ਬਾਅਦ ਬਹੁਤ ਸਾਰੇ ਜਿਸ ਤਰ੍ਹਾਂ ਵੱਡੇ ਹੁੰਦਾ ਹੈ ਇਨਸਾਨ, ਬੱਚਾ ਵੱਡਾ ਹੁੰਦਾ ਹੈ ਤਾਂ ਉਹਨੂੰ ਨਵੇਂ ਸ਼ੌਕ ਲੱਗਦੇ ਨੇ। ਮੇਰਾ ਸ਼ੌਕ ਸੀ ਯੋਗਾ ਤੇ ਮੈਡੀਟੇਸ਼ਨ ਜੀ, ਤੇ ਮੈਂ ਉਹਨੂੰ ਸਿੱਖਣ ਵਾਸਤੇ ਬਹੁਤ ਸਾਰੇ ਗੁਰੂਆਂ ਕੋਲ ਗਿਆ ਇੰਡੀਆ ਦੇ ਵਿੱਚ। ਔਰ ਉਹਦੇ ਬਾਅਦ ਫਿਰ ਮੈਂ ਉਹਨੂੰ ਹੀ ਆਪਣਾ ਜਿਸ ਇੱਕ ਤਰ੍ਹਾਂ ਦਾ ਸ਼ੌਕ ਬਣਾ ਲਿਆ, ਡਿਵੈਲਪ ਕੀਤਾ ਮੈਂ ਉਹਨੂੰ ਜੀ। ਤੇ ਫਿਰ ਉਹਦੇ ਬਾਅਦ ਮੈਨੂੰ ਮਜ਼ਾ ਆਉਣ ਲੱਗਿਆ ਔਰ ਜਦੋਂ ਮਜ਼ਾ ਆਉਣ ਲੱਗਿਆ ਤਾਂ ਫਿਰ ਮੈਂ ਦੇਖਿਆ ਕਿ ਲੋਕ ਕਿੰਨੇ ਪਰੇਸ਼ਾਨ ਤੇ ਦੁਖੀ ਨੇ। ਰਾਈਟ। ਔਰ ਜਿਸ ਤਰ੍ਹਾਂ ਜਿਹੜੀ ਵੀ ਦਵਾਈ ਅਸੀਂ ਖਾ ਰਹੇ ਹਾਂ ਉਹਦਾ ਕੋਈ ਨਾ ਕੋਈ ਸਾਈਡ ਇਫੈਕਟ ਸਾਡੀ ਬਾਡੀ ਤੇ ਹੋ ਰਿਹਾ ਹੈ। ਰਾਈਟ। ਤੇ ਜਿਹੜਾ ਰੋਗ ਜਿਹਦੇ ਵਾਸਤੇ ਅਸੀਂ ਉਹ ਦਵਾਈ ਖਾ ਰਹੇ ਹਾਂ ਉਹ ਤਾਂ ਠੀਕ ਹੁੰਦਾ ਹੈ ਕਿ ਨਹੀਂ ਹੁੰਦਾ ਪਤਾ ਨਹੀਂ, ਬਟ ਇੱਕ ਨਵਾਂ ਰੋਗ ਡਿਵੈਲਪ ਹੋ ਜਾਂਦਾ ਬਾਡੀ ਦੇ ਅੰਦਰ ਜੀ ਉਸ ਦਵਾਈ ਦੇ ਇਫੈਕਟ ਨਾਲ, ਸਾਈਡ ਇਫੈਕਟ ਨਾਲ। ਰਾਈਟ। ਤੇ ਇਸ ਕਰਕੇ ਮੈਂ ਸੋਚਿਆ ਕਿ ਰੋਗ ਜਿਹੜਾ ਹੈ ਉਹਨੂੰ ਬਾਡੀ ਤੋਂ ਐਲੀਮੀਨੇਟ ਕਰਨਾ, ਪ੍ਰੀਵੈਂਟਿਵ ਆਪਣੀ ਬਾਡੀ ਹੈਲਦੀ ਰਵੇ ਉਹ ਕਿਸ ਤਰ੍ਹਾਂ ਕਰਨਾ, ਇਹਦੇ ਵਾਸਤੇ ਅਸੀਂ ਫਿਰ ਯੋਗਾ ਦਾ ਇੱਕ ਕੋਰਸ ਡਿਵੈਲਪ ਕੀਤਾ ਹੈ ਸਪੈਸ਼ਲ। ਅੱਛਾ ਜੀ। ਉਹ ਫਿਰ ਬੱਚਿਆਂ ਵਾਸਤੇ, ਵੱਡਿਆਂ ਵਾਸਤੇ, ਸੀਨੀਅਰਸ ਵਾਸਤੇ ਤੇ ਲੇਡੀਜ਼ ਵਾਸਤੇ ਸਪੈਸ਼ਲੀ ਇੱਕ ਸਿਲੇਬਸ ਬਣਾਇਆ ਹੈ ਜਿਹਦੇ ਨਾਲ ਲੇਡੀਜ਼ ਦੀ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਰਾਈਟ ਫਰੋਮ ਪਿਬਰਟੀ ਅਪ ਟੂ ਮੀਨੋਪੌਜ਼ ਅਗਰ ਕੋਈ ਆਂਦੀ ਹੈ ਤਾਂ ਉਹ ਕਿਸ ਤਰ੍ਹਾਂ ਅਸੀਂ ਯੋਗ ਦੇ ਮਾਧਿਅਮ ਨਾਲ ਉਹਨੂੰ ਠੀਕ ਕਰ ਸਕਦੇ ਹਾਂ। ਸੋ ਯੋਗਾ ਨੂੰ ਜਿਸ ਤਰ੍ਹਾਂ ਮੈਂ ਸ਼ੁਰੂਆਤ 'ਚ ਵੀ ਕਿਹਾ ਅੱਜ ਕਮਰਸ਼ਲਾਈਜ਼ ਕਰ ਦਿੱਤਾ ਗਿਆ ਤੇ ਲੋਕੀ ਜਿਹੜੇ ਨੇ ਹਰ ਪਾਸੇ ਭੱਜਦੇ ਨੇ, ਪਰ ਉਹ ਥੋੜ੍ਹੀ ਦੇਰ ਲਈ ਐਕਸਰਸਾਈਜ਼ ਤਾਂ ਹੋ ਜਾਂਦੀਆਂ ਨੇ, ਉਸ ਦੇਰ ਲਈ ਤਾਂ ਬੰਦਾ ਸਮਝਦਾ ਹੈ ਕਿ ਸਵਸਥ ਫੀਲ ਕਰਦਾ ਹੈ, ਪਰ ਉਹਦਾ ਅਲਟੀਮੇਟ ਜਿਹੜਾ ਬੈਨੀਫਿਟ ਮਿਲਣਾ ਚਾਹੁੰਦਾ ਉਹ ਸ਼ਾਇਦ ਨਹੀਂ ਮਿਲਦਾ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਠੀਕ ਕਹਿ ਰਹੇ ਹੋ ਹਰਪ੍ਰੀਤ ਜੀ ਕਿ ਬਈ ਜਿਹੜਾ ਯੋਗਾ ਨੂੰ ਕਮਰਸ਼ਲਾਈਜ਼ ਹੋ ਗਿਆ ਪੂਰੇ ਵਰਲਡ ਦੇ ਵਿੱਚ, ਨਾਟ ਇਨ ਇੰਡੀਆ ਓਨਲੀ ਬਟ ਸਾਰੇ ਵੈਸਟ ਵਿੱਚ ਵੀ ਹੋ ਗਿਆ ਹੈ ਜੀ, ਕਿ ਪੈਸੇ ਦੇ ਕੇ ਤੇ ਯੋਗਾ ਕਰਾਉਂਦੇ ਨੇ ਜਾਂ ਘਰ ਬੁਲਾ ਕੇ ਯੋਗਾ ਇੰਸਟਰਕਟਰ ਕੋਲ ਯੋਗਾ ਸਿੱਖਦੇ ਨੇ, ਲੇਕਿਨ ਉਹ ਤਦ ਕਰਦਾ ਹੈ ਆਦਮੀ ਜਦੋਂ ਬਿਮਾਰ ਪੈਂਦਾ ਜੀ। ਅਸੀਂ ਕਹਿੰਦੇ ਹਾਂ ਕਿ ਯੋਗਾ ਨੂੰ ਫ੍ਰੀ ਸਰਵਿਸ ਕਰੋ ਔਰ ਅਸੀਂ ਕਰ ਰਹੇ ਹਾਂ। ਰਾਈਟ। ਇੰਡੀਆ 'ਚ ਵੀ ਕਰ ਰਹੇ ਹਾਂ, ਬਾਕੀ ਸਾਰੇ ਮੁਲਕਾਂ 'ਚ ਵੀ ਕਰ ਰਹੇ ਹਾਂ। ਤੇ ਜਿਹੜਾ ਯੋਗਾ ਹੈ ਜਦ ਤੱਕ ਤੁਸੀਂ ਉਹਨੂੰ ਸਮਝੋਗੇ ਨਹੀਂ, ਅਗਰ ਬਿਮਾਰ ਪੈ ਗਏ ਔਰ ਫਿਰ ਤੁਸੀਂ ਇਲਾਜ ਕੀਤਾ ਜੀ, ਅਸੀਂ ਕਹਿੰਦੇ ਹਾਂ ਕਿ ਬਿਮਾਰ ਪਵੋ ਹੀ ਨਹੀਂ। ਠੀਕ। ਸਵਸਥ ਰਹੋ, ਹੈਲਦੀ ਰਹੋ ਤਾਂ ਕਿ ਤੁਹਾਡੇ ਸਰੀਰ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਪ੍ਰੀਵੈਂਟਿਵ ਯੋਗਾ ਇਹਨੂੰ ਕਹਿੰਦੇ ਨੇ ਐਂਡ ਕੰਪਲੀਟ ਵੈਲਨੈਸ ਕੋਰਸ। ਓਕੇ। ਇਹ ਅਸੀਂ ਇਹਨੂੰ ਨਾਂ ਦਿੱਤਾ ਹੈ ਤੇ ਅਸੀਂ ਇਹ ਕਰਾ ਰਹੇ ਹਾਂ। ਸੋ ਅੱਜ ਚਾਹਾਂਗੇ ਜੀ ਸਾਡੇ ਦਰਸ਼ਕਾਂ ਨੂੰ ਬੈਨੀਫਿਟ ਦਿਓ ਆਪਣੀ ਨੌਲੇਜ ਦਾ। ਜਦੋਂ ਯੋਗਾ ਦੀ ਗੱਲ ਕਰਨੇ ਆ ਤੇ ਪ੍ਰੀਵੈਂਟਿਵ ਯੋਗਾ ਨੂੰ ਤੁਸੀਂ ਫੋਕਸ ਕਰਦੇ ਹੋ, ਇਹਨੂੰ ਕਿਵੇਂ ਇੱਕ ਆਮ ਵਿਅਕਤੀ ਘਰ ਦੇ ਵਿੱਚ ਵੀ ਕਰ ਸਕਦਾ ਤੇ ਇਹਦੇ ਵਿੱਚ ਕਿਹੜੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ? ਸਿੰਪਲ ਹੈ ਯੋਗਾ। ਜਿਹੜੇ ਅਸੀਂ ਭ੍ਰਾਂਤੀ ਬਣਾ ਦਿੱਤੀ ਹੈ ਆਪਣੇ ਮਨ ਦੇ ਵਿੱਚ, ਹਰ ਇੱਕ ਦੇ ਮਨ ਵਿੱਚ ਹੈ ਕਿ ਬੜਾ ਕਠਿਨ ਹੈ। ਇਹ ਆਸਨ ਨੇ, ਟੇੜੇ ਮੇੜੇ ਸਰੀਰ ਨੂੰ ਮੋੜਨਾ ਹੈ, ਝੁਕਣਾ ਹੈ ਤੇ ਕਿੱਥੇ ਦਰਦ ਹੋ ਜਾਏਗੀ, ਮਸਲ ਪੁਲਿੰਗ ਹੋ ਜਾਏਗੀ ਔਰ ਫਿਰ ਮੈਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੋਏਗਾ ਔਰ ਇਹ ਫਿਰ ਮੈਂ ਕਰ ਨਹੀਂ ਸਕਦਾ। ਇਹ ਸਾਰੇ ਕੋਲ ਵੱਡੀ ਸੋਚ ਹੁੰਦੀ ਹੈ ਕਿਸੇ ਵੀ ਇਨਸਾਨ ਦੇ ਵਿੱਚ ਕਿ ਕੌਨਫੀਡੈਂਸ ਨਹੀਂ ਹੁੰਦਾ ਕਿ ਨਹੀਂ ਮੇਰੇ ਕੋਲ ਨਹੀਂ ਹੁੰਦਾ। ਰਾਈਟ। ਮੇਰੇ ਕੋਲ ਇਹ ਮਸਲ ਨਹੀਂ ਹੁੰਦੀ, ਮੇਰਾ ਘੁੱਟਣਾ ਨਹੀਂ ਮਿਲਦਾ, ਮੇਰਾ ਗੋਡਾ ਦਰਦ ਕਰਦਾ ਹੈ, ਮੇਰੀ ਬੈਕ ਦਰਦ ਕਰਦੀ ਹੈ ਜੀ। ਇਹ ਬਹੁਤ ਸਿੰਪਲ ਚੀਜ਼ ਹੈ, ਸਿਰਫ 5 ਤੋਂ 15 ਮਿੰਟ ਮੈਕਸਿਮਮ। ਅੱਛਾ ਜੀ। ਇੱਕ ਦਿਨ ਵਿੱਚ ਰੋਜ਼ ਸਵੇਰੇ ਕੋਈ ਵੀ ਇਨਸਾਨ ਜੀ, ਚਾਹੇ ਉਹ ਫੀਮੇਲ ਬਾਡੀ ਹੈ ਚਾਹੇ ਮੇਲ ਬਾਡੀ ਹੈ, ਅਗਰ ਉਹ ਆਪਣੇ ਨੂੰ ਰੂਟੀਨ ਬਣਾ ਲਵੇ ਔਰ ਇਹ ਬੜੇ ਸਿੰਪਲ ਆਸਨ ਜਿਹੜਾ ਅਸੀਂ ਕੋਰਸ ਦੱਸਦੇ ਹਾਂ ਔਰ ਇਹਦਾ ਇੱਕ ਕੋਰਸ ਦਾ ਅਸੀਂ ਵਰਕਸ਼ਾਪ ਵੀ ਲੈ ਰਹੇ ਹਾਂ ਇੱਥੇ 1 ਜੂਨ ਨੂੰ ਸੈਚਰਡੇ ਨੂੰ 10 to 12। ਰਾਈਟ। ਉਹ ਕਰਾਈ ਸੀ ਤੁਸੀਂ ਇੱਥੇ ਇਸੇ ਹਾਲੇ ਹਾਲ ਜੀ, ਉੱਥੇ ਸਾਰੇ ਉੱਥੇ ਅਸੀਂ ਐਕਸਰਸਾਈਜ਼ ਕਰਾਈਏ। ਇਹ ਬੜਾ ਸਿੰਪਲ ਕੋਰਸ ਹੈ ਜੀ। ਫੋਰ ਐਗਜ਼ਾਮਪਲ ਮੈਂ ਸਿਰਫ ਆਸਨ ਦਾ ਨਾਂ ਦੱਸਾਂਗਾ ਕਿਉਂਕਿ ਇੱਥੇ ਮੈਂ ਪ੍ਰੈਕਟੀਕਲ ਤੁਹਾਨੂੰ ਨਹੀਂ ਦੱਸ ਸਕਦਾ, ਕਲਾਸ ਹੀ ਤੁਸੀਂ ਦੇਖੋਗੇ ਜੀ। ਪਹਿਲਾ ਜਿਵੇਂ ਜਾਗ ਖੁੱਲਦੀ ਹੈ ਇਨਸਾਨ ਦੀ ਮਾਰਨਿੰਗ ਵਿੱਚ ਤੇ ਸਾਰਾ ਸਰੀਰ ਦਾ ਸਿਸਟਮ ਸੋਇਆ ਹੋਇਆ ਹੁੰਦਾ ਹੈ ਜੀ। ਅਸੀਂ ਜਗਦੇ ਹਾਂ ਬਟ ਨਰਵਸ ਸਿਸਟਮ ਹੌਲੇ ਓਪਨ ਅਪ ਹੁੰਦਾ ਹੈ। ਰਾਈਟ। ਕਿਸੇ ਵੀ ਬਾਡੀ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਕਲੌਟਿੰਗ ਵੀ ਹੋ ਸਕਦੀ ਹੈ ਐਟ ਦੈਟ ਮੋਮੈਂਟ। ਰਾਈਟ। ਇਸ ਕਰਕੇ ਉੱਠਦੇ ਹੀ ਪਹਿਲਾ ਜਿਹੜਾ ਇੱਕ ਆਸਨ ਅਸੀਂ ਦੱਸਦੇ ਹਾਂ
ਪਵਨ ਮੁਕਤ ਆਸਨ। ਜੀ ਪਵਨ ਮੀਨਸ ਗੈਸ ਵਿੰਡ, ਹੂੰ ਮੁਕਤ ਮਾਨੇ ਉਹਦੇ ਕੋਲ ਛੁਟਕਾਰਾ, ਜੀ ਆਸਨ ਮੀਨਸ ਦ ਕਿਰਿਆ ਐਕਸ਼ਨ। ਰਾਈਟ ਇਹਦੇ ਨਾਂ ਹੀ ਛੁਪਿਆ ਹੈ ਕਿ ਤੁਹਾਨੂੰ ਐਸਿਡਿਟੀ ਨਹੀਂ ਹੋਏਗੀ, ਹੂੰ ਤੁਹਾਨੂੰ ਗੈਸ ਨਹੀਂ ਹੋਏਗੀ, ਜੀ ਤੁਹਾਨੂੰ ਕਨਸਟੀਪੇਸ਼ਨ ਨਹੀਂ ਹੋਏਗਾ ਔਰ ਤੁਸੀਂ ਸਵਸਥ ਹੋ ਜਾਓਗੇ। ਰਾਈਟ ਸਾਰੀ ਬਿਮਾਰੀਆਂ ਦੀ ਜੜ ਹੈ ਪੇਟ, ਹੂੰ ਔਰ ਪੇਟ ਕੋਲ ਹੀ ਸਾਰੇ ਰੋਗ ਸ਼ੁਰੂ ਹੁੰਦੇ ਨੇ। ਠੀਕ ਅਗਰ पेट साफ हो जाए, पेट ठीक हो जाए, ਤੁਸੀਂ ਸਾਰਾ ਦਿਨ ਸਵਸਥ ਰਹਿੰਦੇ ਹੋ। ਹੂੰ ਔਰ ਸਾਰੇ ਲੋਕੀ ਜਾਣਦੇ ਨੇ, ਫਿਰ ਵੀ ਨਹੀਂ ਸਮਝਦੇ ਕਿ ਇੱਕ ਦਿਨ ਵਿੱਚ ਪੇਟ ਅਗਰ 20 ਵਾਰੀ ਸਾਫ਼ ਹੋਵੇ ਤਦ ਵੀ ਪ੍ਰੋਬਲਮ ਹੈ, ਰਾਈਟ ਔਰ 10 ਦਿਨ ਪੇਟ ਸਾਫ਼ ਹੀ ਨਾ ਹੋਵੇ ਤਦ ਵੀ ਪ੍ਰੋਬਲਮ। ਠੀਕ ਤੇ ਇਸ ਕਰਕੇ ਕਨਸਟੀਪੇਸ਼ਨ ਸਾਰੇ ਰੋਗਾਂ ਦੀ ਜੜ ਹੈ ਪੇਟ ਦੇ ਵਿੱਚ, ਹੂੰ ਉਹਨੂੰ ਸਾਰੇ ਕੋਲ ਪਹਿਲੇ ਦੂਰ ਕਰਨਾ। ਜੀ ਇਹ ਸਵੇਰੇ ਉੱਠਦੇ ਹੀ ਪਵਨ ਮੁਕਤ ਆਸਨ ਠੀਕ ਹੈ ਇਹ ਇੱਕ ਵਾਰੀ ਕਰਨਾ, ਚਾਹੇ ਬੈੱਡ ਤੇ ਕਰੋ ਚਾਹੇ ਥੱਲੇ ਕਰੋ। ਹੂੰ ਇਹਦੇ ਬਾਅਦ ਦੂਜਾ ਮੈਂ ਕਹਿੰਦਾ ਸਾਈਕਲਿੰਗ ਕਰੋ। ਅੱਛਾ ਜੀ ਲੇਟੇ ਲੇਟੇ ਹੀ ਗੋਡੇ ਮੋੜ ਕੇ ਆਕਾਸ਼ ਦੀ ਤਰਫ ਦੇਖਦੇ ਹੋਏ ਪੈਰਾਂ ਨੂੰ, ਹੂੰ ਜਿਸ ਤਰ੍ਹਾਂ ਸਾਈਕਲ ਦੇ ਉੱਤੇ ਪੈਡਲ ਚੱਲਦੇ ਨੇ, ਜੀ 20 ਰਾਊਂਡ ਸਾਈਕਲਿੰਗ ਕਰੋ ਓਕੇ ਡੇਲੀ। ਇਹ ਸਾਈਕਲਿੰਗ ਕਰਨ ਨਾਲ ਕੀ ਹੁੰਦਾ ਹੈ ਕਿ ਲੋਅਰ ਐਬਡੋਮਨ ਦਾ ਜਿਹੜਾ ਸਾਡੇ ਰੀਜਨਰੇਟਿਵ ਐਂਡ ਐਲੀਮੀਨੇਟਿਵ ਆਰਗਨਸ ਨੇ, ਹੂੰ ਇਹ ਸਾਰੇ ਦੇ ਸਾਰੇ ਖੁੱਲ ਜਾਂਦੇ ਨੇ, ਓਕੇ ਇਹਨਾਂ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ ਜੀ ਔਰ ਸਾਡੀ ਸਾਰੀ ਦਿਨਚਰਿਆ ਸਾਫ ਠੀਕ ਠਾਕ ਹੋ ਜਾਂਦੀ ਹੈ। ਰਾਈਟ ਲੇਡੀਜ਼ ਵਾਸਤੇ ਸਾਈਕਲਿੰਗ ਇਜ਼ ਮਸਟ, ਓਕੇ ਕਿਉਂਕਿ ਉਹਨਾਂ ਦੇ ਸਾਰੇ ਰੀਜਨਰੇਟਿਵ ਐਂਡ ਐਲੀਮੀਨੇਟਰੀ ਆਰਗਨ ਦੇ ਨਾਲ ਨਾਲ ਸਾਰਾ ਜਿਹੜਾ ਸਿਸਟਮ ਹੈ, ਕਿਉਂਕਿ ਇੱਕ ਲੇਡੀ ਹੀ ਮਾਂ ਬਣ ਸਕਦੀ ਹੈ, ਹੂੰ ਜੈਂਟਸ ਨਹੀਂ ਬਣ ਸਕਦਾ, ਜੀ ਤੇ ਉਹ ਵੀ ਇੱਥੇ ਹੀ ਨੇ, Right. ਨਾਭੀ ਦੇ ਥੱਲੇ ਤੇ ਨਾਲ ਸੱਜੇ ਪਾਸੇ। ਜੀ ਤੇ ਉਹ ਐਕਸਰਸਾਈਜ਼ ਕਰਨ ਨਾਲ ਲੇਡੀਜ਼ ਦੇ ਸਾਰੀ ਪ੍ਰੋਬਲਮ ਹੌਲੇ ਹੌਲੇ ਠੀਕ ਹੋ ਜਾਂਦੀ ਨੇ। ਓਕੇ ਐਂਡ ਥਰਡ ਮੈਂ ਇੱਕ ਥੋੜਾ ਜਿਹਾ ਇੱਥੇ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ, ਹੂੰ ਹਮੇਸ਼ਾ ਬਾਈਂ ਕਰਵਟ ਸੋ। ਹੂੰ ਅਗਰ ਪੋਸੀਬਲ ਨਹੀਂ ਹੈ ਕਿਉਂਕਿ ਸਾਡੀ ਹੈਬਿਟ ਬਣ ਚੁੱਕੀ ਹੈ ਜੀ ਇਤਨੇ ਲੰਬੇ ਸਮੇਂ ਤੱਕ, ਤੇ ਬਾਈਂ ਕਰਵਟ ਤੋਂ ਉਠੋ। ਅੱਛਾ ਜੀ ਸਾਡੇ ਇੱਥੇ ਹਿੰਦੁਸਤਾਨ ਵਿੱਚ ਕਹਿੰਦੇ ਨੇ ਬਾਈਂ ਕਰਵਟ ਸੋਏ ਹੂੰ ਕਾਲ ਬੈਠ ਕਰ ਰੋਏ, ਹੂੰ ਕਿ ਜਿਹੜਾ ਬੰਦਾ ਬਾਈਂ ਕਰਵਟ ਸੌਂਦਾ ਹੈ ਜੀ ਉਹ ਕਾਲ ਉਹਦੀ ਉਮਰ ਲੰਬੀ ਹੋ ਜਾਂਦੀ ਹੈ। ਅੱਛਾ ਜੀ ਜਦੋਂ ਅਸੀਂ ਬਾਈਂ ਕਰਵਟ ਤੋਂ ਉੱਠਦੇ ਹਾਂ ਜਾਂ ਸੌਂਦੇ ਹੂੰ। ਹਾਂ, ਸਾਡੀ ਸੂਰਯ ਨਾੜੀ ਐਕਟੀਵੇਟ ਹੋ ਜਾਂਦੀ ਹੈ ਅੱਛਾ ਜੀ ਔਰ ਸੂਰਯ ਨਾੜੀ ਕਿਸੇ ਵੀ ਬੰਦੇ ਦੀ ਉਮਰ ਨੂੰ ਵਧਾ ਦਿੰਦੀ ਹੈ। ਸੋ ਬੇਸਿਕਲੀ ਫੇਸ ਕਰਨਾ ਬਾएं ਤਰਫ ਉੱਥੇ ਜੀ। ਸੋਣਾ ਓਕੇ ਜਿਸ ਤਰ੍ਹਾਂ ਵੀ ਤੁਸੀਂ ਲੇਟੇ ਹੋ, ਸਿੱਧੇ ਹੋ, ਜੀ। ਸੱਜੇ ਪਾਸੇ ਹੋ, ਉਲਟੇ ਹੋ, Right. ਖੱਬੇ ਪਾਸੇ ਟਰਨ ਕਰੋ ਆਪਣੇ ਆਪ ਨੂੰ, ਬਾਡੀ ਠੀਕ ਹੈ, ਨੂੰ, okay. ਐਂਡ ਫਿਰ ਦੈਨ ਪੈਰ ਥੱਲੇ ਕਰਕੇ ਆਪਣੇ ਬੈੱਡ ਨੂੰ ਛੱਡ ਦਿਓ। ਠੀਕ ਹੈ ਜੀ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਹਾਈ ਬਲੱਡ ਪ੍ਰੈਸ਼ਰ, ਹੂੰ ਹਾਈਪਰਟੈਂਸ਼ਨ ਫੈਮਿਲੀ ਦਾ ਪਹਿਲਾ ਰੂਟ ਕਾਜ਼, ਜੀ ਉਹ ਫਿਰ ਹੌਲੇ ਹੌਲੇ ਸਲੋ ਡਾਊਨ ਹੋ ਜਾਂਦਾ ਹੈ, ਨਾਰਮਲ ਰੇਂਜ ਵਿੱਚ ਆ ਜਾਂਦਾ ਹੈ। ਹੂੰ ਇਹ ਸਵੇਰੇ ਦੀ 3 ਕਿਰਿਆ ਅਗਰ ਕੋਈ ਵੀ ਮਨੁੱਖ ਕਰ ਲੈਂਦਾ ਹੈ ਜੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਹੈਲਦੀ ਦੇ ਆਪਣੀ ਬਾਡੀ ਨੂੰ ਹੈਲਦੀ ਰੱਖਣ ਦੇ ਪਾਸੇ ਚਲਾ ਜਾਂਦਾ ਹੈ। ਠੀਕ ਹੈ ਸੈਕਿੰਡ, ਹੂੰ ਫਿਰ ਇੱਕ 5 ਮਿੰਟ ਦਾ ਖੜੇ ਹੋ ਕੇ ਯੋਗਿਕ ਐਕਸਰਸਾਈਜ਼ ਨੇ ਅੱਛਾ ਜੀ ਜਿਹੜੇ ਅਸੀਂ ਕਰਾ ਰਹੇ ਹਾਂ ਇੱਥੇ, ਤੁਸੀਂ ਦੇਖ ਰਹੇ ਹੋ। ਜੀ ਤੇ ਇਹ 5 ਮਿੰਟ ਯੋਗਿਕ ਐਕਸਰਸਾਈਜ਼ ਕਰੋ, ਰਾਈਟ ਸਿਰ ਤੋਂ ਲੈ ਕੇ ਤੱਲੇ ਪੈਰ ਦੇ ਅੰਗੂਠੇ ਤੱਕ ਹਾਂ। ਸਾਰੀ ਬਾਡੀ ਦੇ ਇੰਟਰਨਲ ਆਰਗਨਸ ਦਾ ਐਕਸਰਸਾਈਜ਼ ਐਂਡ ਐਕਸਟਰਨਲ ਆਰਗਨ ਦੀ ਐਕਸਰਸਾਈਜ਼ ਹੋ ਜਾਂਦੀ ਹੈ। ਬਹੁਤ ਖੂਬ ਜੀ। ਇਹਦੇ ਬਾਰੇ ਹੋਰ ਜਾਣਕਾਰੀ ਲੈਣੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਿ ਇਹ ਜਿਹੜੇ 5 ਮਿੰਟਾਂ ਨਾਲ ਤੁਸੀਂ ਕਿਵੇਂ ਆਪਣੇ ਸਰੀਰ ਨੂੰ ਰੀਵਾਈਟਲਾਈਜ਼ ਕਰ ਸਕਦੇ ਹੋ, ਇਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਆਚਾਰਿਆ ਵਿਜੇ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਤੇ ਸਾਨੂੰ ਦੱਸ ਰਹੇ ਨੇ ਕਿ ਕਿਵੇਂ ਅਸੀਂ ਸਵਸਥ ਰਹਿ ਸਕਦੇ ਹਾਂ ਕੁਝ ਬੇਸਿਕ ਐਕਸਰਸਾਈਜ਼ ਕਰਕੇ। ਅਤੇ ਇਹ ਆਚਾਰਿਆ ਸਿਰਫ ਨਾਂ ਦੇ ਹੀ ਆਚਾਰਿਆ ਨਹੀਂ, ਹਾਈਲੀ ਐਜੂਕੇਟਡ ਨੇ ਕਿਉਂਕਿ ਇਹਨਾਂ ਨੇ MSc ਕੀਤੀ ਹੋਈ ਹੈ, PhD ਕੀਤੀ ਹੋਈ ਹੈ। ਪਰ ਇਹਨਾਂ ਦਾ ਮੁੱਖ ਮਕਸਦ ਹੈਗਾ ਕਿ ਲੋਕਾਂ ਦੇ ਵਿੱਚ ਇਹ ਚੇਤਨਾ ਲਿਆਉਣੀ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਸਵਸਥ ਰੱਖ ਸਕਦੇ ਹਾਂ। ਸੋ ਅਸੀਂ ਸੰਬੰਧ ਵਿੱਚ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ, ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ ਕਿ ਜਿਹੜੀ ਇਹ ਐਕਸਰਸਾਈਜ਼ ਦਾ ਜ਼ਿਕਰ ਕਰ ਰਹੇ ਸੀ ਉਹਨੂੰ ਕਿਵੇਂ ਕਰਨਾ ਚਾਹੀਦਾ ਤੇ ਹੋਰ ਕਿਹੜੇ ਸਟੈਪਸ ਆਮ ਇੱਕ ਵਿਅਕਤੀ ਰੋਜ਼ਮਰਾ ਜ਼ਿੰਦਗੀ 'ਚ ਲੈ ਕੇ ਸਵਸਥ ਰਹਿ ਸਕਦਾ ਹੈ ਜੀ। ਸੋ ਬ੍ਰੇਕ ਤੋਂ ਪਹਿਲਾਂ ਜਿਹੜਾ ਤੁਸੀਂ ਦੱਸ ਰਹੇ ਸੀ 5 ਮਿੰਟਾਂ ਲਈ ਖੜੇ ਹੋ ਕੇ ਜਿਹੜੀ ਐਕਸਰਸਾਈਜ਼ ਜੀ, ਉਹ ਮੈਂ ਐਕਸਰਸਾਈਜ਼ ਦੱਸ ਰਿਹਾ ਸੀ 5 ਮਿੰਟ ਤੇ ਖੜੇ ਹੋ ਕੇ, ਯੋਗਿਕ ਕਿਰਿਆ ਉਹਨੂੰ ਕਹਿੰਦੇ ਨੇ ਜੀ। ਸਿਰ ਤੋਂ ਲੈ ਕੇ ਪੈਰ ਤੱਕ ਸਾਰੀ ਸਰੀਰ ਦੇ ਬਾਡੀ ਦਾ ਐਕਸਰਸਾਈਜ਼ ਹੋ ਜਾਂਦੀ ਹੈ। ਹੂੰ। ਸਾਡੀ ਬਾਡੀ ਦੇ ਵਿੱਚ 5 ਮੇਨ ਇੰਟਰਨਲ ਆਰਗਨਸ ਨੇ ਜੀ ਇੱਕ ਹੈ ਸਾਡਾ ਹਾਰਟ, ਓਕੇ, ਇੱਕ ਹੈ ਸਾਡੇ ਲੰਗਸ, ਹੂੰ ਇੱਕ ਲੀਵਰ, ਜੀ ਕਿਡਨੀ ਐਂਡ ਪੈਨਕ੍ਰੀਆਸ। ਜੀ ਅਗਰ ਤੁਸੀਂ ਦੇਖੋ ਜਿੰਨੀ ਵੀ ਬਿਮਾਰੀਆਂ ਨੇ ਹੂੰ ਦੇ ਆਰ ਰਿਲੇਟਿਡ ਟੂ To each these other. 5 ਨੋ organs, ਡਾਊਟ। ਪਲੱਸ ਮਾਈਨਸ ਤੁਸੀਂ ਕਰ ਸਕਦੇ ਹੋ। ਹੂੰ
ਇਹ 5 ਦੇ 5 ਮੇਨ ਆਰਗਨਸ ਦਾ ਜਿਹੜਾ ਐਕਿਊਪ੍ਰੈਸ਼ਰਲ ਬਿੰਦੂ ਪੁਆਇੰਟ ਹੈ ਉਹ ਸਾਡੇ ਪੈਰ ਦੇ ਤਲਵਿਆਂ ਦੇ ਵਿੱਚ ਹੈ। ਅੱਛਾ ਜੀ। ਔਰ ਉਹ ਵੀ ਪੰਜੇ ਦੇ ਅੱਗੇ ਜਿਹੜਾ ਆਈਲੈਂਡ ਬਣਿਆ ਹੋਇਆ ਉਭਰਾ ਹੋਇਆ ਜੀ। ਉੱਥੇ ਹੈਗਾ। ਓਕੇ। ਇਹਦੀ ਜਿਹੜੀ ਐਕਸਰਸਾਈਜ਼ ਇਹਨੂੰ ਅਸੀਂ ਕਹਿੰਦੇ ਹਾਂ ਕਦਮ ਤਾਲ ਆਸਨ। ਅੱਛਾ ਜੀ। ਲੈਫਟ ਰਾਈਟ ਜਿਸ ਤਰ੍ਹਾਂ ਪੁਲਿਸ ਮਿਲਟਰੀ ਤੁਸੀਂ ਦੇਖਦੇ ਹੋ। ਜੀ ਜੀ। ਤੇ ਇਹ ਕਦਮ ਤਾਲ ਆਸਨ ਅਗਰ ਕੋਈ ਵੀ ਮਨੁੱਖ ਚਾਹੇ ਕਿੰਨੀ ਵੀ ਪ੍ਰੋਬਲਮ ਹੋਵੇ, ਪੈਰ ਦੇ ਵਿੱਚ ਸ਼ੁਰੂ ਦਰਦ ਵੀ ਹੋਵੇ ਤਾਂ ਕਰੇ ਜ਼ਰੂਰ ਜੀ। ਤੇ ਉਹ ਦਰਦ ਚਲੀ ਜਾਏਗੀ। ਤੇ 100 ਸਟੈਪਸ ਡੇਲੀ ਅੱਛਾ ਜੀ। ਕਦਮ ਤਾਲ ਆਸਨ ਕੋਈ ਕਰੇਗਾ ਤੇ ਉਹਦੀ ਸ਼ੂਗਰ ਵੀ ਕੰਟਰੋਲ ਹੋ ਜਾਏਗੀ, ਉਹਦੀ ਕਿਡਨੀ ਵੀ ਪ੍ਰੋਪਰ ਵਰਕਿੰਗ ਕਰੇਗੀ, ਲੀਵਰ ਬੈਸਟ ਚਲੇਗਾ, ਹਾਰਟ ਤੇ ਲੰਗਸ ਵੀ ਉਹਦੇ ਬਹੁਤ ਅੱਛੇ ਫੰਕਸ਼ਨ ਕਰੇਗੇ। ਸੋ ਆਚਾਰਿਆ ਜੀ, ਹੁਣ ਪਤਾ ਲੱਗਦਾ ਹੈ ਕਿ ਫੌਜੀ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਕਿਉਂ ਨਹੀਂ ਇਹ ਬਿਮਾਰੀਆਂ ਲੱਗਦੀਆਂ। ਜੀ ਬਿਲਕੁਲ ਠੀਕ ਕਹਿ ਰਹੇ ਹੋ। Right. ਖਾਸ ਤੌਰ ਤੇ 에ਅਰ ਫੋਰਸ ਜਿਹੜਾ ਹੁੰਦਾ ਹੈ, ਅਗਰ ਕਿਸੇ ਦਾ ਵੀ ਕੋਈ ਦੋਸਤ ਜਾਂ ਰਿਲੇਟਿਵ 에ਅਰ ਫੋਰਸ ਹੈ ਉਹਦੇ ਕੋਲ ਪੁੱਛੋ ਜੀ। ਉਹਨਾਂ ਨੂੰ 3 ਘੰਟੇ ਦਾ ਜਿਹੜਾ ਫਿਜ਼ੀਕਲ ਵਰਕਆਊਟ ਹੁੰਦਾ ਹੈ ਰਾਈਟ ਉਹਦੇ ਵਿੱਚ 45 ਮਿੰਟ ਇਹ ਲੈਫਟ ਰਾਈਟ ਕਰਾਉਂਦੇ ਨੇ। ਰਾਈਟ। ਠੀਕ ਹੈ ਜੀ। ਸੋ ਇਹ ਵੀ ਕਰ ਲਿਆ ਜੀ। ਉਸ ਤੋਂ ਬਾਅਦ ਇਸ ਤੋਂ ਬਾਅਦ ਫਿਰ ਕੁਝ ਯੋਗਾ ਆਸਨਸ ਨੇ, ਪੋਸਚਰ ਜਿਹਨੂੰ ਕਹਿੰਦੇ ਨੇ ਜੀ। ਉਹ ਬੜੇ ਲੇਕਿਨ ਮੈਂ ਕਹਿੰਦਾ ਲੇਡੀਜ਼ ਵਾਸਤੇ ਇੱਕ ਆਸਨ ਮੈਂ ਦੱਸਣਾ ਚਾਹੁੰਦਾ, ਗੋਮੁਖ ਆਸਨ। ਅੱਛਾ ਜੀ। ਕੋਈ ਵੀ ਲੜਕੀ ਅਗਰ 9 ਸਾਲ 10 ਸਾਲ ਦੀ ਉਮਰ ਕੋਲ ਇਹ ਆਸਨ ਕਰਦੀ ਹੈ ਔਰ ਅਪ ਟੂ ਮੀਨੋਪਾਸ ਜੀ। ਤਾਂ ਕਿਸੇ ਪ੍ਰਕਾਰ ਦੀ ਕੋਈ ਲੇਡੀਜ਼ ਡਿਸੀਜ਼ ਜਿਹਨੂੰ ਕਹਿੰਦੇ ਨੇ ਉਹ ਉਹਦੇ ਬਾਡੀ ਦੇ ਵਿੱਚ ਆ ਹੀ ਨਹੀਂ ਸਕਦੀ। ਅੱਛਾ ਜੀ। ਔਰ ਗੋਮੁਖ ਆਸਨ ਦੇ ਬਾਰੇ ਤਾਂ ਇਸ ਤਰ੍ਹਾਂ ਦੱਸਿਆ ਗਿਆ ਸਾਡੇ ਸ਼ਾਸਤਰਾਂ ਵਿੱਚ ਕਿ ਗੋਮੁਖ ਆਸਨ ਕਰਨ ਨਾਲ ਜਿਸ ਤਰ੍ਹਾਂ ਦੀ ਸੰਤਾਨ ਕੋਈ ਅਗਰ ਲੇਡੀ ਚਾਹੁੰਦੀ ਹੈ ਉਹ ਵੀ ਉਸ ਤਰ੍ਹਾਂ ਦੀ ਸੰਤਾਨ ਨੂੰ ਪ੍ਰਾਪਤ ਕਰ ਸਕਦੀ ਹੈ ਜੀ। ਇਹ ਹੈ ਗੋਮੁਖ ਆਸਨ। ਰਾਈਟ। ਦੂਜਾ ਇੱਕ ਆਸਨ ਹੈ ਅਰਧ ਮਤਸੇਂਦਰ ਆਸਨ। ਅੱਛਾ ਜੀ। ਅਰਧ ਮਤਸੇਂਦਰ ਆਸਨ, ਅੱਧੀ ਮਛਲੀ ਦਾ ਮੂੰਹ ਜਿਸ ਤਰ੍ਹਾਂ ਬੰਦਾ ਹੈ ਜੀ। ਉਸ ਤਰ੍ਹਾਂ ਦਾ ਆਸਨ ਹੈ ਉਹ। ਉਸ ਕਿਰਿਆ ਨੂੰ ਡਾਇਬੀਟੀਜ਼ ਵਾਸਤੇ, ਅੱਛਾ ਜੀ। ਕਿਉਂਕਿ ਅੱਜ ਮੈਂ ਦੇਖਦਾ ਕਿ ਪੂਰੀ ਦੁਨੀਆ 'ਚ ਡਾਇਬੀਟੀਜ਼ ਦੇ ਔਰ ਇਸ ਲੇਡੀਜ਼ ਪ੍ਰੋਬਲਮ ਦੇ ਬਹੁਤ ਸਾਰੇ ਪੇਸ਼ੈਂਟਸ ਨੇ। ਰਾਈਟ। ਤੇ ਅਰਧ ਮਤਸੇਂਦਰ ਆਸਨ ਡਾਇਬੀਟੀਜ਼ ਵਾਸਤੇ। ਓਕੇ। ਅਗਰ ਕੰਬੀਨੇਸ਼ਨ ਕਰ ਲਓ ਇਹ ਕਦਮ ਤਾਲ ਆਸਨ ਜਿਹੜਾ ਮੈਂ ਦੱਸਿਆ ਪਲੱਸ ਅਰਧ ਮਤਸੇਂਦਰ ਆਸਨ ਜੀ। ਤੇ ਡਾਇਬੀਟੀਜ਼ ਕੈਸੀ ਵੀ ਕਿਉਂ ਨਾ ਹੋ ਉਹ ਕੰਟਰੋਲ ਹੋ ਜਾਂਦੀ ਹੈ। ਓਕੇ। ਇਹ ਕੁਝ ਆਸਨ ਨੇ। ਇਹਦੇ ਬਾਅਦ ਇੱਕ ਹੈ ਬੈਕ ਏਕ ਦਾ ਆਸਨ, ਅੱਛਾ ਜੀ। ਉਹਨੂੰ ਅਸੀਂ ਕਹਿੰਦੇ ਭੁਜੰਗ ਆਸਨ। ਜੀ। ਤੇ ਉਹਦੇ ਨਾਲ ਇੱਥੇ ਹੀ ਮੈਨੂੰ ਇੱਕ ਕੇਸ ਕੱਲ ਮਿਲਿਆ ਹੈ ਜਿਹੜਾ ਪਿਛਲੇ ਸਾਲ ਉਹਨੂੰ ਫਸਟ ਸਟੇਜ ਆਫ ਸਲਿਪ ਡਿਸਕ ਸੀ। ਅੱਛਾ ਜੀ। ਡਾਕਟਰ ਨੇ ਉਹਨਾਂ ਨੂੰ ਸਰਜਰੀ ਦੱਸੀ ਸੀ, ਉਹ ਬੜੇ ਪਰੇਸ਼ਾਨ ਸੀ। ਜੀ। ਔਰ ਕੱਲ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੀ ਬਿਲਕੁਲ ਠੀਕ ਹੋ ਗਈ। ਡਾਕਟਰ ਹੈਰਾਨ ਨੇ ਕਿ ਇਹ ਤੂੰ ਕੀ ਕੀਤਾ ਹੈ, ਵੰਡਰਫੁਲ। ਬਗੈਰ ਕਿਸੇ ਦਵਾਈ ਦੇ, ਅੱਛਾ ਬਗੈਰ ਜੀ। ਕਿਸੇ ਪੇਨ ਕਿਲਰ ਦੇ। ਹੀ ਇਜ਼ ਡੂਇੰਗ ਭੁਜੰਗ ਆਸਨ ਫॉर 3 ਮਿੰਟਸ ਡੇਲੀ ਓਕੇ ਜੀ। ਔਰ ਇਹ ਉਹਨੂੰ ਲਾਭ ਮਿਲ ਗਿਆ। ਰਾਈਟ। ਇਸ ਤਰ੍ਹਾਂ ਹਰ ਆਸਨ ਕਿਸੇ ਨਾ ਕਿਸੇ ਬਿਮਾਰੀ ਨੂੰ ਦੂਰ ਕਰਦਾ ਹੈ। ਤੇ ਤੁਸੀਂ ਸਮਝੋ ਕਿਸੇ ਨਾਲ ਜਾ ਕੇ, ਅਗਰ ਤੁਹਾਨੂੰ ਨਹੀਂ ਪਤਾ, ਨਹੀਂ ਤਾਂ ਫਿਰ ਸਾਡੇ ਵਰਕਸ਼ਾਪ ਵਿੱਚ ਜਾਂ ਕਿੱਥੇ ਵੀ ਆ ਕੇ ਸਾਡੀ ਬੁੱਕਸ ਲੈ ਲਓ, ਜੀ। ਉਹਦੇ ਵੀ ਪੂਰੀ ਡਿਟੇਲ ਹੈ ਹਾਊ ਟੂ ਡੂ ਦੈਟ, ਰਾਈਟ। ਉਹਦਾ ਲਾਭ ਕੀ ਹੈਗਾ, ਉਹ ਪ੍ਰੀਵੈਂਟਿਵ ਹੈ ਕਿ ਕਿਸ ਨੂੰ ਨਹੀਂ ਕਰਨਾ, ਕਿਸ ਨੂੰ ਕਰਨਾ ਹੈ, ਰਾਈਟ। ਕਿਸ ਐਂਗਲ ਤੱਕ ਕਰਨਾ ਹੈ, ਇਹ ਸਾਰੀ ਚੀਜ਼ ਡਿਟੇਲਸ ਉਹਦੇ ਵਿੱਚ ਹੈਗੀ। ਬਹੁਤ ਖੂਬ। ਅਗਰ ਇਹ ਆਸਨ ਸਮਝ ਕੇ ਕਰ ਦਿੱਤੇ ਜਾਣ ਜੀ। ਤਾਂ ਮਨੁੱਖ ਸਵਸਥ ਰਹਿ ਸਕਦਾ ਹੈ। ਇਹ ਸਾਡੀ ਮਾਨਤਾ ਹੈ। ਇਹ ਧੀਰੇ ਧੀਰੇ ਪੂਰੇ ਵਰਲਡ ਵਿੱਚ ਲੋਕ ਮੰਨਣ ਲੱਗ ਗਏ ਨੇ। ਰਾਈਟ। ਹੁਣ ਆਚਾර්य ਜੀ ਇਹਦੇ 'ਚ ਗੱਲ ਆਉਂਦੀ ਹੈ ਕਿ ਜਿਸ ਤਰ੍ਹਾਂ ਸ਼ੁਰੂਆਤ ਹੀ ਅਸੀਂ ਕੀਤੀ ਕਮਰਸ਼ਲਾਈਜੇਸ਼ਨ ਤੋਂ, ਹੁਣ ਇਹੋ ਜੀ ਨੌਲੇਜ ਜਿਹੜੀ ਕਿ ਇੱਕ ਆਮ ਬੰਦਾ ਲੈ ਸਕਦਾ ਹੈ, ਇਸ ਨੂੰ ਪ੍ਰਚਾਰ ਕਰਨ ਵਾਸਤੇ ਕੀ ਕੋਈ ਤੁਸੀਂ ਇਨੀਸ਼ੀਏਟ ਕਰ ਰਹੇ ਹੋ ਸਟੈਪਸ ਜਿਸ ਨਾਲ ਕਿ ਆਮ ਜਨਤਾ ਤੱਕ ਵੱਡੇ ਪੱਧਰ ਤੇ ਗੱਲ ਪਹੁੰਚੇ? ਜੀ, ਅਸੀਂ ਇੰਡੀਆ ਦੇ ਵਿੱਚ ਉੱਤਰਾਖੰਡ, ਉਹਨੂੰ ਦੇਵ ਭੂਮੀ ਕਹਿੰਦੇ ਨੇ, ਜੀ। ਉੱਥੇ ਰਾਮਨਗਰ ਨੈਨੀਤਾਲ ਹੈਗਾ। ਜੀ। ਉਸ ਨੈਨੀਤਾਲ ਦੀ ਡਿਸਟ੍ਰਿਕਟ ਦੇ ਵਿੱਚ ਰਾਮਨਗਰ ਤੇ ਜਿੱਥੇ ਜਿਮ ਕਾਰਬੇਟ ਨੈਸ਼ਨਲ ਪਾਰਕ ਹੈਗਾ, ਜੀ। ਇੱਕ ਤਰਫ ਕੋਸੀ ਨਦੀ ਹੈ, ਇੱਕ ਤਰਫ ਪਹਾੜ ਹੈ, ਮਾਊਂਟੇਨ ਹੈ, ਜਿਹੜੀ ਨੈਨੀਤਾਲ ਦੀ ਮਾਊਂਟੇਨ ਹੈ। ਜੀ। ਉਹਦੇ ਵਿੱਚ 10 ਏਕੜ ਦੇ ਵਿੱਚ ਅਸੀਂ ਹਨੂਮਾਨ ਧਾਮ ਦੀ ਸਥਾਪਨਾ ਕੀਤੀ ਹੈ। ਅੱਛਾ ਜੀ। ਜਿੱਥੇ ਉੱਥੇ ਭਗਤੀ ਰਹੇਗੀ, ਹਨੂਮਾਨ ਜੀ ਦੀ ਮੰਦਿਰ ਰਹੇਗਾ, ਬੜਾ ਦਿਵਯ ਧਾਮ ਬਣੇਗਾ ਉਹ। ਉਹਦੇ ਨਾਲ ਅਸੀਂ 3 ਪ੍ਰੋਜੈਕਟ ਉੱਥੇ ਚਲਾ ਰਹੇ ਹਾਂ। ਅੱਛਾ ਜੀ। ਨੰਬਰ 1 ਸੀਨੀਅਰਸ ਵਾਸਤੇ, ਆਫਟਰ 60 ਇਅਰਸ ਹਸਬੈਂਡ ਵਾਈਫ ਦੋਨੋਂ ਉੱਥੇ ਆਓ, ਸਿਹਤ ਅੱਛੀ ਰੱਖੋ, ਭਗਤੀ ਕਰੋ, ਜਿਹੜੀ ਵੀ ਕਰਨੀ ਹੈ ਜਿਸ ਤਰ੍ਹਾਂ ਕਰਨੀ ਹੈ ਤੁਸੀਂ, ਰਾਈਟ। ਤੇ ਪਲੱਸ ਸੇਵਾ ਕਰੋ। ਦੂਜਾ ਅਸੀਂ ਕਰ ਰਹੇ ਹਾਂ ਵਿਕਲਾਂਗ ਸੇਵਾ ਕੇਂਦਰ। ਅੱਛਾ ਜੀ। ਐਸੇ ਬੱਚੇ ਜਿਹੜੇ ਫਿਜ਼ੀਕਲੀ ਐਂਡ ਮੈਂਟਲੀ ਡਿਫਰੈਂਟਲੀ ਚੈਲੰਜ ਨੇ, ਜੀ। ਉਹਨਾਂ ਦੀ ਅਸੀਂ ਸੇਵਾ ਕਰਾਂਗੇ, ਉਹਨਾਂ ਦੇ ਗਰੁੱਪ ਬਣਾਵਾਂਗੇ ਔਰ ਉਸ ਬੱਚਿਆਂ ਨੂੰ ਅਸੀਂ ਅੱਗੇ ਵਧਾਵਾਂਗੇ, ਇੰਡੀਪੈਂਡੈਂਟ ਕਰਾਂਗੇ। ਜੀ। ਐਂਡ ਥਰਡ ਉੱਥੇ ਅਸੀਂ ਕਰ ਰਹੇ ਹਾਂ ਯੋਗਾ, ਪ੍ਰਾਣਾਯਾਮ, ਮੈਡੀਟੇਸ਼ਨ ਐਂਡ ਨੈਚੁਰੋਪੈਥੀ। ਅੱਛਾ ਜੀ। ਇਸ ਦਾ ਇੱਕ ਕਿਉਰ ਸੈਂਟਰ ਬਣਾ ਰਹੇ ਹਾਂ ਉੱਥੇ। ਜੀ। ਕੋਈ ਵੀ ਪੂਰੇ ਵਰਲਡ ਤੋਂ ਆ ਸਕਦਾ ਹੈ, ਨਿਸ਼ੁਲਕ ਰਹੇਗਾ, ਤੁਹਾਨੂੰ ਸਾਤਵਿਕ ਭੋਜਨ ਮਿਲੇਗਾ, ਤੁਹਾਨੂੰ ਜਗ੍ਹਾ ਮਿਲੇਗੀ ਰਹਿਣ ਵਾਸਤੇ, ਬੜੇ ਆਰਾਮ ਦੀ ਜਗ੍ਹਾ ਮਿਲੇਗੀ, Right. ਔਰ ਬਾਕੀ ਤੁਸੀਂ ਆਪਣੀ ਸਿਹਤ ਕਰੋ। ਉਹਦੇ ਬਾਅਦ ਜਿਸ ਤਰ੍ਹਾਂ ਸਹਿਯੋਗ ਤੁਸੀਂ ਕਰਨਾ ਚਾਹੋ, ਔਰ ਫਿਰ ਰੱਬ ਜਿਸ ਤਰ੍ਹਾਂ ਬੁੱਧੀ ਦੇਵੇ ਉਸ ਤਰ੍ਹਾਂ ਕਰੋ। ਬਹੁਤ ਖੂਬ। ਇਹ ਸਾਰੀ ਇਨਫੋਰਮੇਸ਼ਨ ਜੇਕਰ ਕਿਸੇ ਨੇ ਲੈਣੀ ਹੋਏ ਤਾਂ ਕਿੱਥੋਂ ਮਿਲ ਸਕਦੀ ਹੈ? ਇਹ ਇੱਕ ਵੈਬਸਾਈਟ ਹੈ hanumandham.com। ਜੀ। www.hanumandham
HANUMAN ਜੀ धाम DHAM.com। ਠੀਕ ਹੈ ਜੀ, ਉੱਥੇ ਸਾਰੀ ਇਨਫੋਰਮੇਸ਼ਨ ਮਿਲ ਸਕਦੀ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਬੇਸਿਕ ਨੁਕਸੇ ਜਿਹੜੇ ਸਾਨੂੰ ਦੱਸੇ ਨੇ, ਇਹਨਾਂ ਦਾ ਇਸਤੇਮਾਲ ਕਰਕੇ ਅਸੀਂ ਸਵਸਥ ਰਹਿ ਸਕਨੇ ਹਾਂ। ਧੰਨਵਾਦ ਐਂਡ ਬੈਸਟ ਵਿਸ਼ੇਸ ਜੀ। ਧੰਨਵਾਦ you. ਸਾਰੇ ਦਰਸ਼ਕਾਂ ਨੂੰ ਧੰਨਵਾਦ।